ਹੁਣ ਸਾਧ ਸੰਗਤ ਇਦੋਂ ਨਾਲ ਹੀ ਹੈ ਦੂਜਾ ਭਾਗ ਪੜਾਅ ਚੱਲ ਰਿਹਾ। ਅੱਜ ਨਾ ਹੋਲਾ ਮਹੱਲਾ ਆਉਣਾ ਅਨੰਦਪੁਰ ਸਾਹਿਬ ਦੇ ਵਿੱਚ। ਹੁਣ ਸਾਹਿਬਜ਼ਾਦਾ ਮਾਂਜਮ ਦੇ ਚਲੇ ਜਾਣ ਦੇ ਪਿੱਛੋਂ ਰਾਜੇ ਦੇ ਪੰਜਾਬ ਦੇ ਮੁਸਲਮਾਨ ਹਾਕਮ ਗੁਰੂ ਜੀ ਦੇ ਪਾਸੋਂ ਕੰਨ ਭੰਨਣ ਲੱਗੇ। ਹਰ ਪਾਸੇ ਅਮਨ ਹੀ ਅਮਨ ਹੋ ਗਿਆ। ਅਮਨ ਦੇ ਸਮੇਂ ਪੰਜਾਬ ਤੇ ਪੰਜਾਬੋਂ ਬਾਹਰ ਦੀ ਸਿੱਖ ਸੰਗਤ ਸਤਿਗੁਰੂ ਦੇ ਦਰਸ਼ਨ ਕਰਨ ਆਉਣ ਲੱਗੀ। ਹੁਣ ਸਤਿਗੁਰਾਂ ਨੇ ਮਸੰਦਾਂ ਨੂੰ ਦੂਰ ਦਰਾਂਡੇ ਭੇਜਿਆ ਕਿ ਸਿੱਖ ਸੰਗਤਾਂ ਦੇ ਪਾਸੋਂ ਵਸਤੂਆਂ ਇਕੱਤਰ ਕਰਨ, ਜਿਨ੍ਹਾਂ ਦੀ ਸਮੇਂ ਦੀ ਲੋੜ ਅਨੁਸਾਰ ਅਤੀ ਲੋੜ ਸੀ। ਸਾਰੇ ਦੇਸ਼ ਵਿੱਚੋਂ ਘੋੜੇ ਤੇ ਹਥਿਆਰ ਚੋਣਵੇਂ ਆਉਂਦੇ ਸਨ। ਹੁਣ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਸੰਤ ਸਿਪਾਹੀ ਬਣਾਉਣ ਲੱਗੇ। ਪਹਿਲਾਂ ਗੁਰਬਾਣੀ ਪੜ੍ਹਾਉਂਦੇ, ਗੁਰਬਾਣੀ ਦਾ ਕੀਰਤਨ ਸਿਖਾਉਂਦੇ ਤੇ ਸੁਣਾਉਂਦੇ, ਫਿਰ ਉੱਚੇ ਜੀਵਨ ਵਾਸਤੇ ਉਪਦੇਸ਼ ਦਿੰਦੇ। ਤੀਸਰੇ ਪਹਿਰ ਬਹਾਦਰਾਂ ਦਾ ਅਭਿਆਸ ਹੁੰਦਾ। ਹੁਣ ਸ਼ਾਸਤਰ ਵਿੱਦਿਆ ਤੇ ਘੋੜ ਸਵਾਰੀ ਸਿਖਾਈ ਜਾਂਦੀ। ਮੋਰਚੇ ਬਣਾ ਕੇ ਫਰਜ਼ੀ ਲੜਾਈਆਂ ਕਰਾਈਆਂ ਜਾਂਦੀਆਂ। ਹੁਣ ਇਸ ਸਮੇਂ ਸਤਿਗੁਰੂ ਜੀ ਨੇ ਆਪ ਗ੍ਰੰਥ ਲਿਖੇ, ਜੋ 10ਵੇਂ ਗ੍ਰੰਥ ਵਿੱਚ ਅੰਕਿਤ ਹਨ, ਅਤੇ ਕਈ ਜਿਹੜੇ ਗੁੰਮ ਹੋ ਗਏ। ਉਹ ਸਤਿਗੁਰਾਂ ਦੇ ਪਾਸ 52 ਕਵੀ ਸਨ, ਜਿਨ੍ਹਾਂ ਦਾ ਬਿਆਨ ਪਿੱਛੇ ਕੀਤਾ ਗਿਆ। ਉਹ ਵੀ ਰਾਤ ਦਿਨੇ ਉੱਚੇ ਗਿਆਨ ਦੀਆਂ ਰਚਨਾਵਾਂ ਰਚ ਰਚ ਕੇ ਸਿੱਖਾਂ ਨੂੰ ਸੁਣਾਉਣ ਲੱਗੇ। ਰੌਣਕਾਂ ਵੱਧ ਗਈਆਂ। ਕਵੀਆਂ ਨੇ ਤਕਰੀਬਨ 8-7 ਗ੍ਰੰਥ ਤਿਆਰ ਕਰੇ। ਤਕਰੀਬਨ 60-70 ਗ੍ਰੰਥ ਤਿਆਰ ਕੀਤੇ, ਜਿਨ੍ਹਾਂ ਵਿੱਚੋਂ ਬਹੁਤੇ ਅਨੰਦਪੁਰ ਦਾ ਕਿਲ੍ਹਾ ਛੱਡਣ ਵੇਲੇ ਨਸ਼ਟ ਹੋ ਗਏ ਅਤੇ ਕੁਝ ਤੁਰਕ ਲੈ ਗਏ। ਹਿੰਦੁਸਤਾਨ ਵਿੱਚ ਹੋਲੀ ਦਾ ਤਿਉਹਾਰ ਸ੍ਰੀ ਕ੍ਰਿਸ਼ਨ ਜੀ ਦੇ ਸਮੇਂ ਤੋਂ ਪ੍ਰਚਲਿਤ ਤੁਰਿਆ ਆਉਂਦਾ ਹੈ। ਹੁਣ ਸਤਿਗੁਰੂ ਗੋਬਿੰਦ ਰਾਏ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਨਵੇਂ ਹੀ ਢੰਗ ਨਾਲ ਮਨਾਉਣਾ ਆਰੰਭ ਕੀਤਾ। ਉਹਨਾਂ ਨੇ ਹੁਕਮਨਾਮੇ ਭੇਜ ਕੇ ਸਿੱਖ ਸੰਗਤਾਂ ਨੂੰ ਅਨੰਦਪੁਰ ਸੱਦਿਆ। 8 ਦਿਨ ਦੀਵਾਨ ਲੱਗੇ ਅਤੇ ਪੁੰਨਿਆਂ ਵਾਲੇ ਦਿਨ ਇੱਕ ਭਾਰੀ ਜਲੂਸ ਘੋੜਿਆਂ ਦੇ ਉੱਤੇ ਕੱਢਿਆ, ਜੋ ਇੱਕ ਕਿਸਮ ਦਾ ਹੋਲਾ ਮਹੱਲਾ ਸੀ। ਸਿੱਖ ਸੂਰਮੇ ਸ਼ਸਤਰ ਧਾਰਨ ਕਰਕੇ ਘੋੜਿਆਂ ਉੱਤੇ ਸਵਾਰ ਹੋ ਕੇ ਇਸ ਤਰ੍ਹਾਂ ਹੱਲਾ ਬੋਲਦੇ ਸਨ, ਜਿਵੇਂ ਸੱਚਮੁੱਚ ਦੁਸ਼ਮਣ ਦੇ ਉੱਤੇ ਹੱਲਾ ਕਰੀਦਾ ਹੈ। ਉਸ ਦਿਨ ਦੇ ਤਿਉਹਾਰ ਦਾ ਨਾਮ ਹੀ ਹੋਲਾ ਮਹੱਲਾ ਪ੍ਰਸਿੱਧ ਹੋ ਗਿਆ, ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੱਕ ਮਨਾਇਆ ਜਾਂਦਾ ਹੈ। ਦੀਵਾਨ ਲੱਗਦੇ ਹਨ, ਸਿੱਖੀ ਦਾ ਪ੍ਰਚਾਰ ਹੁੰਦਾ ਹੈ। ਪੁੰਨਿਆਂ ਵਾਲੇ ਦਿਨ ਹੋਲਾ ਮਹੱਲਾ ਨਿਕਲਦਾ ਹੈ। ਪਰ ਸਮੇਂ ਦੇ ਰੌਲ ਨਾਲ ਜਿਵੇਂ ਸਿੱਖਾਂ ਵਿੱਚ ਰਹਿਤ ਬਹਿਤ ਦੀ ਕਮਜ਼ੋਰੀ ਆ ਗਈ ਹੈ, ਤਿਵੇਂ ਇਸ ਤਿਉਹਾਰ ਦੀ ਯਾਦ ਮਨਾਉਣ ਵਿੱਚ ਵੀ ਅਨੇਕਾਂ ਕਮੀਆਂ ਰਹਿ ਜਾਂਦੀਆਂ ਹਨ। ਵਾਹਿਗੁਰੂ ਸਿੱਖਾਂ ਨੂੰ ਸਮੱਤ ਬਖਸ਼ੇ, ਜੋ ਸਿੱਖੀ ਮਾਰਗ 'ਤੇ ਚੱਲਣ ਅਤੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਿਸ਼ਾਨੇ ਦਾ ਪ੍ਰਚਾਰ ਕਰਨ। ਹੁਣ ਕੇਸ ਰੱਖਣ ਦਾ ਹੁਕਮ ਦੇਣਾ। ਸਤਿਗੁਰੂ ਜੀ ਦੀ ਭਵਿੱਖਤ ਨੂੰ ਅਨੁਭਵ ਕਰਕੇ ਸਿੱਖਾਂ ਨੂੰ ਨਵੇਂ ਤੋਂ ਨਵੇਂ ਐਸੇ ਜੀਵਨ ਦੇ ਅਸੂਲ ਦੱਸਦੇ ਸਨ, ਹੁਣ ਜਿਨ੍ਹਾਂ ਨਾਲ ਸਿੱਖ ਸੱਚਮੁੱਚ ਪੂਰਨ ਮਨੁੱਖ ਬਣਦੇ ਜਾਂਦੇ ਸਨ। ਸਤਿਗੁਰਾਂ ਨੇ ਮੁਰਦਾ ਹਿੰਦੂਆਂ ਨੂੰ ਸਰਜੀਤ ਕਰਨਾ ਸੀ। ਉਹਨਾਂ ਨੂੰ ਪ੍ਰੰਤਨ ਆਦਮੀ ਵਾਂਗ ਦਲੇਰ, ਬਹਾਦਰ, ਲੰਮੀ ਉਮਰ ਵਾਲੇ ਅਣਖੀਲੇ, ਧਰਤੀ 'ਤੇ ਜਤੀ ਪੁਰਸ਼ ਬਣਾਉਣਾ ਚਾਹੁੰਦੇ ਸਨ। ਹੋਰ ਗੱਲਾਂ ਜਦੋਂ ਤਕਰੀਬਨ ਪੂਰੀਆਂ ਹੋ ਗਈਆਂ ਤਾਂ ਸਤਿਗੁਰੂ ਨੇ ਕਮੀ ਪ੍ਰਤੀਤ ਕੀਤੀ ਕਿ ਸਿੱਖ ਨੂੰ ਜਟਾਂ ਜੂਟ ਰਹਿਣਾ ਚਾਹੀਦਾ ਹੈ, ਕਿਉਂਕਿ ਪਹਿਲੇ ਭਗਤਾਂ ਵਿੱਚ ਰਾਮਾਇਣ ਅਤੇ ਮਹਾਂਭਾਰਤ ਦੇ ਸਮੇਂ ਸਾਰੇ ਹਿੰਦੂ ਬਹਾਦਰ ਰਿਸ਼ੀ ਮੁਨੀ ਅਤੇ ਰਾਜੇ ਸਭ ਜਟਾਂ ਜੂਟ ਹੁੰਦੇ ਸਨ। ਤਨ ਤੋਂ ਵਾਲਾਂ ਕੇਸਾਂ ਦਾ ਕਟਾਉਣਾ ਖਤਰਨਾਕ ਹੈ।
ਕੇਸਾਂ ਦਾ ਕੱਟਣਾ ਮਨ ਤੇ ਤਨ ਦੀ ਅਰੋਗਤਾ ਉੱਤੇ ਮਾੜਾ ਅਸਰ ਪਾਉਂਦਾ ਹੈ। ਤਨ ਦੀ ਖੂਬਸੂਰਤੀ ਨੂੰ ਵੀ ਨਸ਼ਟ ਕਰਦਾ ਹੈ। ਸਾਹਿਬਾਂ ਨੇ ਇਹ ਵੀ ਸੋਚਿਆ ਕਿ ਪਹਿਲੇ ਸਮੇਂ ਵਿੱਚ ਕਿਸੇ ਦਾ ਸਿਰ ਮੁੰਨਣਾ ਉਸ ਨੂੰ ਕਰੜੀ ਸਜ਼ਾ ਦੇਣਾ ਹੁੰਦਾ ਸੀ। ਕਹਿੰਦੇ ਜੇ ਕਿਸੇ ਨੂੰ ਨਾ ਕਿਸੇ ਚੰਗੀ ਸਜ਼ਾ ਦਿੰਦੇ ਹੁੰਦੇ ਉਹਦਾ ਸਿਰ ਮੁੰਨ ਦਿੰਦੇ ਸੀ ਅਤੇ ਵਿਚਾਲੇ ਬੋਦਾ ਛੱਡ ਦੇਣਾ, ਉਹਨੂੰ ਇਹ ਸਜ਼ਾ ਸੀ। ਭਾਰਤ ਵਿੱਚ ਤੁਰਕਾਂ ਨੇ ਆ ਕੇ ਸਿਰ ਮੂੰਹ ਮੁੰਨਣ ਦਾ ਰਿਵਾਜ ਪਾਇਆ ਸੀ। ਉਹ ਹਿੰਦੂਆਂ ਦਾ ਧਰਮ ਨਸ਼ਟ ਕਰਨ ਵਾਸਤੇ ਆਖਰ ਹਿੰਦੂਆਂ ਨੇ ਪੁਰਾਤਨ ਰਸਮ ਨੂੰ ਕਾਇਮ ਰੱਖਣ ਵਾਸਤੇ ਬੋਦੀ ਰੱਖਣੀ ਆਰੰਭ ਕਰ ਦਿੱਤੀ। ਸਿਰ ਮਨਾ ਲੈਣਾ ਸਾਰਾ, ਪਰ ਉੱਤੇ ਬੋਦੀ ਰੱਖ ਲੈਣੀ। ਬੋਦੀ ਹਿੰਦੂ ਹੋਣ ਦੀ ਨਿਸ਼ਾਨੀ ਹੈ। ਹੁਣ ਸਤਿਗੁਰੂ ਜੀ ਨੇ ਸੋਚਿਆ ਕਿ ਹਿੰਦੂ ਮਨਾਂ ਉੱਤੇ ਗੁਲਾਮੀ ਦੇ ਦੋ ਅਸਰ ਹੋਏ ਹਨ, ਇੱਕ ਕੇਸ ਮਨਾਉਣ ਦਾ ਅਤੇ ਦੂਸਰਾ ਹਰ ਹਿੰਦੂ ਨੂੰ ਲਾਲਾ ਆ ਕੇ ਬੁਲਾਇਆ ਜਾਂਦਾ ਸੀ। ਹੁਣ ਲਾਲਾ ਦੇ ਅਰਥ ਹਨ ਗੁਲਾਮ। ਇਸ ਦਾ ਭਾਵ ਆ ਕਿ ਹਿੰਦੂ ਸਾਰੇ ਮੁਸਲਮਾਨਾਂ ਦੇ ਗੁਲਾਮ ਸਨ। ਹੁਣ ਸਤਿਗੁਰੂ ਨਾਨਕ ਦੇਵ ਜੀ ਤੋਂ ਇਹ ਰਿਵਾਜ ਤੁਰਿਆ ਆਉਂਦਾ ਸੀ ਕਿ ਹਰ ਇੱਕ ਸਿੱਖ ਦੂਸਰੇ ਸਿੱਖ ਨੂੰ ਭਾਈ ਸ਼ਬਦ ਨਾਲ ਸੰਬੋਧਨ ਕਰਕੇ ਬੁਲਾਉਂਦਾ ਸੀ। ਹੁਣ ਸਤਿਗੁਰਾਂ ਨੇ ਫਰਮਾਇਆ ਭਾਈ ਸ਼ਬਦ ਵੀ ਚੰਗਾ ਹੈ, ਪਰ ਸਰਦਾਰ ਵੀ ਕਿਹਾ ਕਰੋ। ਹੁਣ ਮੁਗਲ, ਤੁਰਕ ਤੇ ਪਠਾਨ ਹੀ ਸਰਦਾਰ ਨਹੀਂ, ਅਸੀਂ ਵੀ ਸਾਰੇ ਸਰਦਾਰ ਹਾਂ, ਮਹਾਰਾਜ ਕਹਿਣ ਲੱਗੇ। ਇਹ ਇਸ ਵਾਸਤੇ ਹੈ ਕਿ ਆਤਮਾ ਵਿੱਚ ਵੱਡੇ ਤੇ ਬਹਾਦਰ ਹੋਣ ਦਾ ਅਹਿਸਾਸ ਪੈਦਾ ਹੋਵੇ ਆਪਣੇ ਵਿੱਚ ਵੀ। ਇਸ ਦੇ ਨਾਲ ਹੀ ਸਤਿਗੁਰੂ ਜੀ ਨੇ ਹੁਕਮਨਾਮਾ ਜਾਰੀ ਕੀਤਾ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖ ਕੇਸ ਧਾਰ ਕਰਨ, ਜਟਾਂ ਜੂਟ ਰਹਿਣ, ਸਰੀਰ ਤੋਂ ਰੋਮ ਕਟਾਉਣੇ ਗੁਨਾਹ ਹੋਵੇਗਾ। ਹੁਣ ਸਤਿਗੁਰੂ ਇਹਨਾਂ ਸਿੱਖਾਂ ਨੂੰ ਦੇ ਕੇ ਬਹੁਤ ਖੁਸ਼ ਹੋਣਗੇ। ਜਿਨ੍ਹਾਂ ਦੇ ਕੇਸ ਲੰਬੇ ਹੋਣਗੇ ਉਹਨਾਂ ਨੂੰ ਬਹੁਤੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਇਸ ਹੁਕਮ ਨੂੰ ਸਭ ਨੇ ਮੰਨਿਆ। ਉਸ ਦਿਨ ਤੋਂ ਰੋਮਾਂ ਨੂੰ ਕਟਾਉਣਾ ਬੰਦ ਕਰ ਦਿੱਤਾ। ਜਟਾਂ ਜੂਟ ਰਹਿਣ ਲੱਗੇ। ਜਦ ਜਟਾਂ ਜੂਟ ਬਣੇ ਤਾਂ ਗੈਰ ਸਿੱਖ ਉਹਨਾਂ ਨੂੰ ਮਖੌਲ ਕਰਨ ਲੱਗੇ, ਜੋ ਅਗਿਆਨੀ ਤੇ ਗੁਲਾਮ ਪੁਰਸ਼ ਸਨ। ਸਤਿਗੁਰੂ ਦੇ ਸਿੱਖ ਇਹੋ ਆ ਕੇ ਸ਼ਾਂਤ ਰਹਿੰਦੇ। ਕੁਝ ਵੀ ਹੋਵੇ ਸਤਿਗੁਰੂ ਦਾ ਹੁਕਮ ਹੈ, ਸਿੱਖਾਂ ਦਾ ਧਰਮ ਹੈ, ਹੁਕਮ ਦੀ ਪਾਲਣਾ ਕਰੇ। ਹੁਣ ਭੇਖ ਸੰਨਿਆਸੀ ਤੇ ਰੋਡਾ ਜਲਾਲੀ ਫਕੀਰ। ਹੁਣ ਸਤਿਗੁਰੂ ਦੇ ਦਰਸ਼ਨ ਕਰਨ ਜਿਹੜੇ ਲੋਕ ਆਉਂਦੇ ਸਨ, ਉਹਨਾਂ ਵਿੱਚ ਜਿਹੜੇ ਭੇਖੀ ਤੇ ਪਖੰਡੀ ਹੁੰਦੇ ਸਨ, ਸਤਿਗੁਰੂ ਉਹਨਾਂ ਦੇ ਪਖੰਡ ਦੂਰ ਕਰਦੇ ਸਨ। ਇੱਕ ਦਿਨ ਸੰਨਿਆਸੀਆਂ ਦਾ ਇੱਕ ਟੋਲਾ ਆਨੰਦਪੁਰ ਆ ਪੁੱਜਿਆ। ਉਹ ਬੜੇ ਪਖੰਡੀ ਤੇ ਲਾਲਚੀ ਸਨ। ਉਹ ਜਗਤ ਨੂੰ ਠੱਗਦੇ ਫਿਰਦੇ ਸਨ ਅਤੇ ਭੇਖ ਗਰੀਬ ਦੇ ਭਲੇ ਮਾਨਸਾਂ, ਬ੍ਰਹਮ ਗਿਆਨੀ ਸਾਧੂਆਂ ਵਾਂਗ ਬਣਾਈ ਫਿਰਦੇ ਸਨ। ਹੁਣ ਸਤਿਗੁਰਾਂ ਨੇ ਉਹਨਾਂ ਦਾ ਜੀਵਨ ਸੁਧਾਰਨ ਵਾਸਤੇ ਯਤਨ ਕੀਤਾ। ਉਹਨਾਂ ਨੇ ਉਹਨਾਂ ਦੀਆਂ ਚਿੱਪੀਆਂ, ਕਾਸੇ ਅਤੇ ਹੋਰ ਸਮਾਨ ਇੱਕ ਥਾਂ ਰਖਾ ਦਿੱਤਾ। ਸਮਾਨ ਰਖਾ ਕੇ ਉਹਨਾਂ ਨੂੰ ਦਰਬਾਰ ਵਿੱਚ ਲੈ ਆਂਦਾ। ਦਰਬਾਰ ਵਿੱਚ ਬੈਠਿਆਂ ਹੋਇਆਂ ਸਤਿਗੁਰਾਂ ਨੇ ਪੁੱਛਿਆ, ਸੁਣਾਓ ਸੰਨਿਆਸੀ ਜੀ, ਤੁਸਾਂ ਕੋਲ ਕੋਈ ਮਾਇਆ ਤਾਂ ਨਹੀਂ, ਕਿਉਂਕਿ ਸਿੱਖਾਂ ਨੇ ਤੁਸਾਂ ਦਾ ਸਮਾਨ ਰੱਖਿਆ ਹੈ, ਕੋਈ ਸ਼ਿਕਾਇਤ ਨਾ ਹੋਵੇ। ਹੁਣ ਭਗਵਾਨ ਦੀ ਕਸਮ ਅਸਾਂ ਕੋਲ ਦਮੜੀ ਨਹੀਂ, ਅਸੀਂ ਮਾਇਆ ਨੂੰ ਹੱਥ ਵਿੱਚ ਨਹੀਂ ਲਾਉਂਦੇ, ਬਸ ਭੋਜਨ ਛਕਾਉਂਦੇ ਹਾਂ, ਉਹ ਵੀ ਭਗਵਾਨ ਕਿਤੋਂ ਨਾ ਕਿਤੋਂ ਛਕਾ ਦਿੰਦਾ ਹੈ। ਇੱਕ ਮੁਖੀ ਸੰਨਿਆਸੀ ਨੇ ਆਖਿਆ, ਮਾਇਆ ਤੋਂ ਤਿਆਗੀ ਰਹਿਣਾ ਸਾਧੂਆਂ ਨੂੰ ਚਾਹੀਦਾ ਹੈ। ਮਾਇਆ ਨਾਗਣੀ ਵਰਗੀ, ਇਹ ਡੰਗ ਮਾਰ ਕੇ ਭਗਤੀ ਦੇ ਪ੍ਰੇਮ ਨੂੰ ਨਸ਼ਟ ਕਰ ਦਿੰਦੀ ਹੈ। ਹੁਣ ਸਤਿਗੁਰੂ ਜੀ ਨੇ ਮੁਸਕਰਾਉਂਦਿਆਂ ਹੋਇਆਂ ਬਚਨ ਕੀਤਾ, ਮਹਾਰਾਜ ਅਸਾਂ ਦੇ ਗੁਰੂ ਸਵਾਮੀ ਸਰਦਾਨੰਦ ਜੀ ਜਨਮ ਤੋਂ ਬ੍ਰਹਮ ਗਿਆਨੀ, ਬਾਲ ਬ੍ਰਹਮਚਾਰੀ ਅਤੇ ਮਾਇਆ ਦੇ ਤਿਆਗੀ ਹਨ। ਇਹਨਾਂ ਮਾਇਆ ਨੂੰ ਹੱਥ ਨਹੀਂ ਲਾਇਆ।
13 ਸਾਲ ਕੈਲਾਸ਼ ਪਰਬਤ 'ਤੇ ਤਪੱਸਿਆ ਕਰਦੇ ਰਹੇ। ਤ੍ਰੈ ਕਾਲ ਦ੍ਰਿਸ਼ਟੀ ਵਾਲੇ ਹਨ। ਇੱਕ ਸੰਨਿਆਸੀ ਨੇ ਆਪਣੇ ਮਹੰਤ ਦੀ ਉਸਤਤ ਕੀਤੀ। ਮੇਰੇ ਚੋਜੀ ਪ੍ਰੀਤਮ ਸਤਿਗੁਰੂ ਜੀ ਨਿਰਾਲੇ ਹੀ ਚੋਜ ਕਰਿਆ ਕਰਦੇ ਸਨ। ਉਹ ਸਭ ਕੁਝ ਜਾਣ ਗਏ ਕਿ ਸਰਦਾਨੰਦ ਜੋ ਮਹੰਤ ਬਣਿਆ ਹੋਇਆ ਸੀ ਉਹ ਕਿਹੜੀ ਹਸਤੀ ਦਾ ਮਾਲਕ ਹੈ। ਉਹਨਾਂ ਨੇ ਸਰਦਾਨੰਦ ਦਾ ਹੰਕਾਰ ਦੂਰ ਕਰਨਾ ਅਤੇ ਉਸ ਨੂੰ ਸਿੱਧੇ ਰਾਹ ਪਾਉਣ ਦਾ ਫੈਸਲਾ ਕਰ ਲਿਆ। ਹੁਣ ਅੰਤਰਜਾਮੀ ਪਿਤਾ ਜੀ ਮੁਸਕਰਾਉਂਦੇ ਹੋਏ ਮਖੌਲ ਅਤੇ ਨਿਰਭੈਤਾ ਦੇ ਲਹਿਜੇ ਵਿੱਚ ਬੋਲੇ, ਹਾਂ ਤੁਸਾਂ ਦੇ ਮਹੰਤ ਸਰਦਾਨੰਦ ਜੀ ਬਹੁਤ ਵੱਡੇ ਬ੍ਰਹਮ ਗਿਆਨੀ ਹਨ, ਕਿਉਂਕਿ ਚੋਰੀ ਕਰਨ ਦੇ ਦੋਸ਼ ਵਿੱਚ 4 ਵਾਰ ਕਾਰਗ੍ਰਹਿ ਜੇਲ੍ਹ ਖਾਨੇ ਵਿੱਚੋਂ ਆਏ ਹਨ। ਹਾਂ ਉਹ ਵਾਕਈ ਤੇਰੇ ਬ੍ਰਹਮਚਾਰੀ ਹੈ। ਮਹਾਰਾਜ ਕਹਿਣ ਲੱਗੇ ਜੇਲ੍ਹ 'ਚੋਂ ਤਾਂ ਆਏ ਆ, ਉਹ ਬਾਲ ਬ੍ਰਹਮਚਾਰੀ ਹਨ, ਪਰ ਨਾਰੀ ਨਾਲ ਭੋਗ ਕਰਨ ਦੇ ਦੋਸ਼ ਵਿੱਚ ਮਾਰ ਖਾ ਚੁੱਕੇ ਹਨ, ਮੂੰਹ ਕਾਲਾ ਕਰਾ ਚੁੱਕੇ ਹਨ, ਮਾਇਆ ਦੇ ਐਸੇ ਤਿਆਗੀ ਹਨ ਕਿ 7 ਮੋਹਰਾਂ ਸੋਨੇ ਦੀਆਂ 3 ਕੜੇ ਸੋਨੇ ਦੇ ਇਹਨਾਂ ਪਾਸ ਹਨ। ਭਗਵਾਨ ਕਿਰਪਾ ਕਰੇ। ਜਦੋਂ ਮਹਾਰਾਜ ਨੇ ਸਾਰੇ ਪਾਜ ਦੇੜ ਦਿੱਤੇ ਉਹਨਾਂ ਦੇ ਵੀ ਤੂੰ ਤਾਂ ਉਹਨੂੰ ਬ੍ਰਹਮ ਗਿਆਨੀ ਦੱਸਦਾ, ਉਹ ਤਾਂ ਪਰਾਈਆਂ ਜਨਾਨੀਆਂ ਨਾਲ ਕੀ ਕਰਦਾ ਫਿਰਦਾ, ਚੋਰੀ ਕਰਕੇ ਡਾਕੇ ਮਾਰ ਕੇ ਅਤੇ ਜੇਲ੍ਹਾਂ ਦੇ ਵਿੱਚ ਤੁਰਿਆ ਫਿਰਦਾ, ਤੂੰ ਕਹਿੰਦਾ ਉਹ ਬ੍ਰਹਮ ਗਿਆਨੀ ਹੈ। ਸੱਚ ਮਿਰਚਾਂ ਅਤੇ ਝੂਠ ਗੁੜ ਹੁੰਦਾ ਹੈ। ਸਵਾਮੀ ਸਰਦਾਨੰਦ ਜੀ ਦੀਆਂ ਅੱਖਾਂ ਧਰਤੀ ਵੱਲ ਝੁਕ ਗਈਆਂ ਜਦੋਂ ਮਹਾਰਾਜ ਨੇ ਇਹ ਗੱਲਾਂ ਕਹੀਆਂ। ਤਨ ਮੁੜਕੋ ਮੁੜਕੀ ਹੋ ਗਿਆ, ਜਵਾਨ ਨੂੰ ਜਿੰਦਰਾ ਬਚ ਗਿਆ। ਸੱਚ ਦੇ ਭਾਰ ਹੇਠਾਂ ਝੂਠ ਅਤੇ ਪਖੰਡ ਨੱਪਿਆ ਗਿਆ। ਸਿੱਖ ਸਤਿਗੁਰੂ ਜੀ ਦਾ ਜਸ ਕਰਨ ਲੱਗੇ ਅਤੇ ਸੰਨਿਆਸੀ ਭੈ ਭੀਤ ਹੋਣ ਲੱਗੇ। ਹੁਣ ਸਤਿਗੁਰਾਂ ਨੇ ਹੋਰ ਵਚਨ ਕੀਤਾ, ਤੁਸਾਂ ਆਗਰੇ ਤੋਂ ਤੁਰੇ ਹਰਿਦੁਆਰ ਦੀ ਯਾਤਰਾ ਕਰਕੇ ਆਏ ਹੋ, ਕੁਰੂਕਸ਼ੇਤਰ ਅਤੇ ਤੀਰਥ ਤੋਂ ਯਾਤਰੂਆਂ ਨੂੰ ਲੁੱਟਦੇ ਆਏ ਹੋ, ਹੁਣ ਇੱਥੇ ਵੀ ਐਸੇ ਨੀਤ ਨਾਲ ਆਏ ਹੋ। ਇਸੇ ਵਾਸਤੇ ਤੁਸਾਂ ਦਾ ਸਮਾਨ ਪਹਿਲਾਂ ਰਖਾਇਆ ਹੈ। ਸੱਚ ਦੱਸੋ ਕਿ ਤੁਸਾਂ ਪਾਸ ਜੋ ਮਾਲ ਹੈ ਉਹ ਸਾਰਾ ਚੋਰੀ ਦਾ ਹੈ ਜਾਂ 10 ਨੋਹਾਂ ਦੀ ਕਮਾਈ ਦਾ ਹੈ। ਹੁਣ ਸੰਨਿਆਸੀ ਕੀ ਉੱਤਰ ਦੇਣ। ਉਹ ਤਾਂ ਸੱਚਮੁੱਚ ਝੂਠੇ ਕੂੜੇ ਅਤੇ ਠੱਗ ਸਨ। ਉਹ ਚੁੱਪ ਕਰ ਗਏ। ਉਹਨਾਂ ਦੇ ਸਰੀਰ ਕੰਬਣ ਲੱਗ ਪਏ। ਆਖਰ ਉਹਨਾਂ ਨੇ ਮਹੰਤ ਘਬਰਾ ਕੇ ਉੱਠ ਬੈਠਾ। ਉਸਨੇ ਕੰਬਦੀ ਜ਼ੁਬਾਨ ਨਾਲ ਆਖਿਆ, ਦਾਤਾ ਪ੍ਰਭੂ ਬਖਸ਼ੋ, ਆਪ ਸੱਚਮੁੱਚ ਭਗਵਾਨ ਰੂਪ ਹੋ, ਘਟ ਘਟ ਦੀ ਜਾਣਨਹਾਰ ਜੋਤ ਸੀ, ਮਹਾਂ ਕਰਾਮਾਤੀ ਹੋ, ਅਸਾਂ ਪਾਪੀਆਂ ਨੂੰ ਬਖਸ਼ੋ, ਅਸੀਂ ਤਾਂ ਚੋਰ ਠੱਗ ਅਤੇ ਦੁਰਾਚਾਰੀ ਬੰਦੇ ਹਾਂ। ਇਹ ਦਾਤਾ ਜੀਵਨ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ। ਰਾਜ ਡੰਨ ਤੋਂ ਬਚਣ ਵਾਸਤੇ ਅਸਾਂ ਭੇਖ ਧਾਰਨ ਕਰਿਆ। ਅਸੀਂ ਤਾਂ ਆਪਦੇ ਪਾਪਾਂ ਤੋਂ ਬਚਣ ਵਾਸਤੇ ਆਪ ਰਿਧੀਆਂ ਸਿੱਧੀਆਂ ਵਾਲੇ ਅਤੇ ਸਰਬ ਕਲਾ ਸੰਪੂਰਨ ਹੋ, ਆਪ ਨੇ ਅਸਾਂ ਦੇ ਗੁਪਤ ਰੋਗ ਨੂੰ ਲੱਭ ਲਿਆ। ਹੁਣ ਮਿਹਰ ਕਰੋ, ਦਇਆ ਕਰੋ। ਦੀਨ ਦਿਆਲ ਪਤਿਤ ਪਾਵਨ ਸਤਿਗੁਰੂ ਜੀ ਮਿਹਰ ਕਰੋ। ਇਸ ਤਰ੍ਹਾਂ 4 ਸੰਨਿਆਸੀਆਂ ਨੇ ਅਰਜ਼ ਕੀਤੀ। ਉਹਨਾਂ ਦੀ ਦੀਨ ਦਸ਼ਾ ਦੇਖ ਕੇ ਮਹਾਰਾਜ ਨੇ ਤਰਸ ਆ ਗਿਆ। ਉਹ ਮਿਹਰ ਦੇ ਘਰ ਆਏ। ਉਹਨਾਂ ਨੇ ਫਰਮਾਇਆ, ਇਸ ਜਗਤ ਵਿੱਚ ਜੀਵ ਪਾਪ ਕਰਨ ਵਾਸਤੇ ਨਹੀਂ ਆਇਆ, ਸਗੋਂ ਜਗਤ ਨੂੰ ਸੁੰਦਰ ਅਤੇ ਸ਼ਾਂਤ ਬਣਾਉਣ ਵਾਸਤੇ ਆਇਆ ਹੈ। ਵਾਹਿਗੁਰੂ ਨੇ ਆਪਣੇ ਚੋਜ ਅਨੁਸਾਰ ਜੀਵ ਨੂੰ ਵੱਖ ਕੀਤਾ ਕਿ ਉਹਦੇ ਵਾਹਿਗੁਰੂ ਦੇ ਮਿਲਣ ਵਾਸਤੇ ਜੀਵ ਤੜਫ ਅਤੇ ਤੜਫ ਵਿੱਚ ਉਹਦੇ ਨਾਮ ਦਾ ਸਿਮਰਨ ਕਰਦਾ ਹੋਇਆ ਮਾੜਿਆਂ ਅਤੇ ਗਰੀਬਾਂ ਦੀ ਸੇਵਾ ਕਰੇ, ਕਿਸੇ ਨਾਲ ਠੱਗੀ ਫਰੇਬ ਨਾ ਕਰੇ। ਜਿਹੜੇ ਜੀਵ ਸੰਸਾਰ ਵਿੱਚ ਮਾੜੇ ਕਰਮ ਕਰਦੇ ਹਨ ਉਹ ਨਰਕ ਦੇ ਕੀੜੇ ਬਣਦੇ ਹਨ। ਪਰਮਾਤਮਾ ਕਦੀ ਉਹਨਾਂ ਨੂੰ ਖਿਮਾ ਨਹੀਂ ਕਰਦਾ। ਜੇਕਰ ਕੋਈ ਪੁਰਸ਼ ਆਪਣੇ ਆਪ ਤੋਂ ਪਛਤਾਏ ਅਤੇ ਮਾੜੇ ਕਰਮ ਨੂੰ ਤਿਆਗ ਦੇਵੇ ਤਾਂ ਵਾਹਿਗੁਰੂ ਉਸ ਨੂੰ ਜ਼ਰੂਰ ਬਖਸ਼ ਦਿੰਦਾ ਹੈ। ਸਾਰੇ ਸੰਨਿਆਸੀਆਂ ਨੇ ਸਤਿਗੁਰੂ ਦੇ ਚਰਨਾਂ ਪਰ ਮੱਥਾ ਟੇਕਿਆ ਅਤੇ ਬੇਨਤੀਆਂ ਕੀਤੀਆਂ। ਮਹਾਰਾਜ ਕਿਰਪਾ ਦੇ ਘਰ ਆ ਕੇ ਉਹਨਾਂ ਨੂੰ ਖਿਮਾ ਬਖਸ਼ੀ, ਸਿੱਧੇ ਮਾਰਗ ਪਾਇਆ। ਉਹਨਾਂ ਪਾਸ ਜੋ ਮਾਇਆ ਸੀ ਉਹ ਸਾਰੀ ਵੰਡ ਦਿੱਤੀ।
ਉਹ ਸਾਰੇ ਗੁਰੂ ਕੇ ਲੰਗਰ ਵਿੱਚ ਸੇਵਾ ਕਰਨ ਦੇ ਜੂਠੇ ਬਰਤਨ ਮਾਂਜ ਰਹੇ ਸਨ। ਜੋੜਿਆਂ ਦੀ ਸੇਵਾ ਜਨਮ ਮਰਨ ਸਫਲਾ ਕਰਨ ਲੱਗੇ। ਇਸ ਤਰ੍ਹਾਂ ਸਾਹਿਬਾਂ ਨੇ ਉਹਨਾਂ ਦਾ ਭਲਾ ਕੀਤਾ। ਇਸ ਤਰ੍ਹਾਂ ਇੱਕ ਰੋਡਾ ਜਲਾਲੀ ਆ ਪੁੱਜਾ। ਇਹ ਬਹੁਤ ਵੱਡਾ ਜਲਾਲੀ ਸਾਧੂ ਸੀ। ਊਨਾ ਅਤੇ ਅਨੰਦਪੁਰ ਦੀਆਂ ਪਹਾੜੀਆਂ ਵਿੱਚ ਫਿਰਦਾ ਰਹਿੰਦਾ ਸੀ। ਬਾਗ ਵਿੱਚੋਂ ਫੁੱਲ ਤੋੜ ਕੇ ਸਾਹਿਬਾਂ ਦੇ ਦਰਬਾਰ ਵਿੱਚ ਆਇਆ। ਮਨ ਵਿੱਚ ਉਸਨੇ ਇਹ ਧਾਰੀ ਕਿ ਸਤਿਗੁਰੂ ਜੀ ਕਰਾਮਾਤੀ ਹੈ, ਦੱਸੇ ਕਿ ਮੈਂ ਸੋਨੇ ਦੀਆਂ ਮੋਹਰਾਂ ਕਿੱਥੇ ਰੱਖੀਆਂ ਹਨ। ਇਉਂ ਕਲਪਨਾ ਕਰਕੇ ਉਹ ਦਰਬਾਰ ਵਿੱਚ ਪੁੱਜਾ। ਨਮਸਕਾਰ ਕਰਕੇ ਬੈਠ ਗਿਆ। ਮਹਾਰਾਜ ਨੇ ਪੁੱਛਿਆ, ਜਲਾਲੀ ਫੁੱਲ ਕਿਉਂ ਤੋੜੇ? ਤੇ ਜਲਾਲੀ ਨੇ ਉੱਤਰ ਦਿੱਤਾ, ਇਹ ਆਮ ਰਿਵਾਜ ਹੈ ਕਿ ਮਹਾਂਪੁਰਸ਼ਾਂ ਕੋਲ ਖਾਲੀ ਹੱਥ ਨਹੀਂ ਜਾਈਦਾ। ਮੇਰੇ ਕੋਲ ਕੁਝ ਹੋਰ ਨਹੀਂ, ਮੈਂ ਭੇਟਾ ਕਰਾਂ, ਇਸ ਕਰਕੇ ਮੈਂ ਫੁੱਲ ਹੀ ਤੋੜ ਲਿਆਇਆ ਹਾਂ। ਹੁਣ ਸਤਿਗੁਰੂ ਨੇ ਐਸੀ ਸ਼ਕਤੀ ਵਰਤਾਈ ਕਿ ਜਲਾਲੀ ਦੇ ਸਿਰ ਦੀ ਟੋਪੀ ਆਪਣੇ ਆਪ ਉਹਦੇ ਸਿਰ ਤੋਂ ਉੱਪਰ ਹੋਈ। ਉੱਪਰ ਹੋਣ ਦੀ ਢਿੱਲ ਸੀ ਕਿ ਸੋਨੇ ਦੀਆਂ 5 ਮੋਹਰਾਂ ਹੇਠਾਂ ਡਿੱਗ ਪਈਆਂ। ਹੁਣ ਜਲਾਲੀ ਸ਼ਰਮਿੰਦਾ ਹੋਇਆ ਅਤੇ ਪਛਤਾਇਆ ਕਿ ਉਸਨੇ ਅਹਿਮ ਧਿਆਨ ਕਿਉਂ ਲਿਆ। ਆਪਣੀ ਹਰਕਤ ਦੀ ਫਿਰ ਉਸਨੇ ਖਿਮਾ ਮੰਗੀ ਅਤੇ ਨਮਸਕਾਰ ਕਰਕੇ ਜਿੱਧਰੋਂ ਆਇਆ ਸੀ ਉੱਧਰ ਹੀ ਤੁਰ ਪਿਆ। ਹੁਣ ਸਤਿਗੁਰੂ ਜੀ ਦੇ ਮੂਹਰੇ ਕੌਣ ਸਾਧ ਸੰਗਤ ਓਹਲਾ ਰੱਖ ਸਕਦਾ ਹੈ। ਆਪ ਖੁਦ ਨਿਰੰਕਾਰ ਦਾ ਰੂਪ ਧਾਰਨ ਕਰਕੇ ਦਸੇ ਪਾਤਸ਼ਾਹੀਆਂ ਆਈਆਂ ਸਨ। ਕਿੰਨਿਆਂ ਨੂੰ ਕਿੰਨੇ ਰਾਹੇ ਪਾਇਆ, ਕਰੋੜਾਂ ਅਰਬਾਂ ਜੀਆਂ ਨੂੰ ਰਾਹੇ ਪਾਇਆ ਮਹਾਰਾਜ ਨੇ, ਭੁੱਲਿਆਂ ਭਟਕਿਆਂ ਨੂੰ। ਜਿਹੜੇ ਚੋਰੀਆਂ ਠੱਗੀਆਂ ਜਾਰੀਆਂ ਕਰਦੇ ਫਿਰਦੇ ਸੀ, ਸਭ ਨੂੰ ਮਹਾਰਾਜ ਨੇ ਜੀਵਨ ਦਾਤ ਦਿੱਤੀ। ਅੱਜ ਦੀ ਕਥਾ ਵਿਚਾਰ ਇੱਥੋਂ ਸਮਾਪਤ ਕਰਦੇ ਹਾਂ। ਕਥਾ ਵਿਚਾਰ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਚੁੱਕਾਂ ਰਹਿ ਜਾਂਦੀਆਂ। ਅਣਜਾਣ ਬੱਚਾ ਸਮਝ ਕੇ ਮਾਫ਼ ਕਰਿਓ। ਅੱਗੇ ਵਾਸਤੇ ਸੁੱਧ ਬੁੱਧ ਚਾਓ ਭਾਓ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।